ਪੰਜਾਬ ਸਟਾਰ ਦੇ ਉੱਤੇ ਪ੍ਰੋਪਰਟੀ ਜ਼ੋਨ ਪ੍ਰੋਗਰਾਮ ਦੇ ਵਿੱਚ ਆਪ ਸਭ ਦਰਸ਼ਕਾਂ ਦਾ ਨਿੱਘਾ ਸਵਾਗਤ। ਵੈਲਕਮ ਟੂ ਪ੍ਰੋਪਰਟੀ ਜ਼ੋਨ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਇੱਕ ਬਹੁਤ ਹੀ ਅਹਿਮ ਪਹਿਲੂ ਦੀ, ਇੱਕ ਐਸੇ ਵਿਸ਼ੇ ਦੀ ਜੋ ਕਿ ਵਾਬਸਤਾ ਹੈ ਸਾਡੇ ਨਾਲ, ਤੁਹਾਡੇ ਨਾਲ ਪਲ ਪਲ, ਜਿਵੇਂ ਕਹਿੰਦੇ ਨੇ ਜਿਵੇਂ ਸਾਹਾਂ ਦੇ ਵਾਂਗੂ ਜਾਂ ਭੋਜਨ ਦੇ ਵਾਂਗੂ ਸਾਡੇ ਲਈ ਜ਼ਰੂਰੀ ਹੈ। ਸਾਡੀ ਫਾਈਨੈਂਸ਼ੀਅਲ ਜਿਹੜੀ ਹੈਲਥ ਹੈ ਉਹ, ਅਤੇ ਉਸ ਦੇ ਬਾਬਤ ਗੱਲ ਕਰਨ ਦੇ ਲਈ ਸਾਡੇ ਨਾਲ ਮੌਜੂਦ ਹਨ ਸਾਡੇ ਭਾਈਚਾਰੇ ਦੇ ਵਿੱਚ ਲੰਬੇ ਸਮੇਂ ਤੋਂ ਫਾਈਨੈਂਸ਼ੀਅਲ ਸਰਵਿਸਿਜ਼ ਔਰ ਸਪੈਸ਼ਲੀ ਜਿਹੜੀ ਐਕਸਪਰਟੀਜ਼ ਇਹਨਾਂ ਦੀ ਇੰਸ਼ੋਰੈਂਸ ਅਤੇ ਫਾਈਨੈਂਸ਼ੀਅਲ ਪ੍ਰੋਡਕਟਸ ਦੀ ਹੈ, ਉਹ ਸਰਵਿਸਿਜ਼ ਦੇਣ ਵਾਲੀ ਇੱਕ ਅਜਿਹੀ ਸ਼ਖਸੀਅਤ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਵੀ ਹੋਵੋਗੇ ਔਰ ਜਿਨ੍ਹਾਂ ਦੀ ਸਰਵਿਸਿਜ਼ ਜਿਹੜੀਆਂ ਜੀ ਬਹੁਤ ਸਾਰੇ ਸਾਡੇ ਹਜ਼ਾਰਾਂ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਹਨ ਉਹ ਲੈ ਰਹੇ ਨੇ। ਮੇਰੀ ਮੁਰਾਦ ਹੈ ਰਾਜਪਾਲ ਬਰਾੜ ਜੀ ਹੋਰਾਂ ਤੋਂ। ਜਦੋਂ ਰਾਜਪਾਲ ਬਰਾੜ ਜੀ ਹੋਰਾਂ ਦਾ ਨਾਮ ਆਉਂਦਾ ਤਾਂ ਫਾਈਨੈਂਸ਼ੀਅਲ ਸਰਵਿਸਿਜ਼, ਇੰਸ਼ੋਰੈਂਸ ਦੇ ਪ੍ਰੋਡਕਟ ਔਰ ਸਾਰੀ ਜਿਹੜੀ ਤੁਹਾਡੀ ਫਾਈਨੈਂਸ਼ੀਅਲ ਹੈਲਥ ਦੀ ਜਿਹੜੀ ਗੱਲ ਹੈ ਉਹ ਸਾਡੇ ਸਾਹਮਣੇ ਆਉਂਦੀ। ਸੋ ਆਓ ਆਪਾਂ ਸਵਾਗਤ ਕਰਦੇ ਹਾਂ ਮਿਸਟਰ ਰਾਜਪਾਲ ਬਰਾੜ ਹੋਰਾਂ ਦਾ। ਬਰਾੜ ਸਾਹਿਬ, ਤੁਹਾਡਾ ਪ੍ਰੋਗਰਾਮ ਪ੍ਰੋਪਰਟੀ ਜ਼ੋਨ ਦੇ ਵਿੱਚ ਨਿੱਘਾ ਸਵਾਗਤ। ਜੀ ਆਇਆਂ ਨੂੰ ਜੀ। ਜੀ ਨਾਗਰ ਸਾਹਿਬ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਤੁਹਾਡਾ, ਬੜੀ ਜੈਨਰਸ ਤੁਸੀਂ ਇੰਟਰੋਡਕਸ਼ਨ ਦਿੱਤੀ ਹੈ, ਤੇ ਸਾਰੇ ਹੀ ਦਰਸ਼ਕਾਂ ਨੂੰ ਤੁਹਾਡਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਤੇ ਪਹਿਲੀ ਵਾਰ ਮਿਲ ਰਹੇ ਆ ਸਾਲ ਦੇ ਵਿੱਚ, ਸੋ ਨਵਾਂ ਸਾਲ ਵੀ ਸਾਰਿਆਂ ਨੂੰ ਮੁਬਾਰਕ ਜੀ। ਬਹੁਤ ਅੱਛੇ ਜੀ। ਔਰ ਆਈ ਨੋ ਕਿ ਜਿਹੜੀ ਫਿਟਨੈਸ ਹੈ ਜੀ, ਆਪਾਂ ਫਿਜ਼ੀਕਲ ਫਿਟਨੈਸ ਦੀ ਗੱਲ ਕਰਦੇ ਹਾਂ ਬਰਾੜ ਸਾਹਿਬ, ਔਰ ਤੁਹਾਨੂੰ ਬਹੁਤ ਮੁਬਾਰਕਬਾਦ। ਤੁਸੀਂ, ਮੈਂ 20 ਸਾਲ ਤੋਂ ਤੁਹਾਨੂੰ ਦੇਖ ਰਿਹਾ, ਤੁਸੀਂ ਉੱਦਾਂ ਦੇ ਉੱਦਾਂ ਹੀ ਹੋ, ਫਿੱਟ ਹੋ। ਥੈਂਕ ਯੂ, ਬਹੁਤ ਅੱਛੇ, ਥੈਂਕ ਯੂ ਸੋ ਮਚ। ਹੈ ਜੀ, ਟ੍ਰਾਈਂਗ ਆਵਰ ਬੈਸਟ। ਯੈਸ। ਸੋ ਫਾਈਨੈਂਸ਼ੀਅਲ ਫਿਟਨੈਸ ਕੀ ਹੁੰਦੀ ਹੈ ਜੀ? ਇਹ ਫਾਈਨੈਂਸ਼ੀਅਲ ਸਿਹਤ ਕੀ ਹੁੰਦੀ ਹੈ ਜੀ, ਕੀ ਹੁੰਦੀ ਹੈ? ਅਤੇ ਨਾਲ ਦੀ ਨਾਲ ਫਿਰ ਅਸੀਂ ਜਿਹੜੇ ਹੈ ਜੀ ਅੱਜ ਕੱਲ੍ਹ ਜਿਹੜੇ ਕੋਵਿਡ ਦੇ ਦੂਜਾ ਸਾਲ ਚੱਲ ਪਿਆ, ਇਹਦੇ ਬਾਬਤ ਕੁਝ ਗੱਲਬਾਤ ਕਰਾਂਗੇ। ਵਾਟ ਇਜ਼ ਫਾਈਨੈਂਸ਼ੀਅਲ ਫਿਟਨੈਸ, ਵਾਟ ਇਜ਼ ਫਾਈਨੈਂਸ਼ੀਅਲ ਹੈਲਥ? ਜੀ ਬਿਲਕੁਲ ਜੀ, ਬਹੁਤ ਅੱਛਾ ਕੁਐਸਚਨ ਹੈ ਨਾਗਰ ਸਾਹਿਬ। ਜਿਵੇਂ ਇੱਕ ਲੰਮੀ ਉਮਰ ਵਾਸਤੇ ਭੋਗਣ ਵਾਸਤੇ, ਇੱਕ ਹੈਲਦੀ ਆਪਣੀ ਲਾਈਫ ਸਟਾਈਲ ਨੂੰ ਮੇਨਟੇਨ ਕਰਨ ਵਾਸਤੇ, ਮਤਲਬ ਬਤੀਤ ਕਰਨ ਵਾਸਤੇ ਸਾਨੂੰ ਇੱਕ ਚੰਗੀ ਸਿਹਤ ਦੀ ਜ਼ਰੂਰਤ ਹੈ, ਉਵੇਂ ਹੀ ਸਾਨੂੰ ਡੇ ਟੂ ਡੇ ਸਾਡੀ ਲਿਵਿੰਗ ਆ ਜਿਹੜੀ, ਉਹਨੂੰ ਚਲਾਉਣ ਵਾਸਤੇ, ਫਾਈਨੈਂਸ਼ਲੀ ਚਲਾਉਣ ਵਾਸਤੇ ਸਾਡੀ ਇੱਕ ਫਾਈਨੈਂਸ਼ੀਅਲ ਹੈਲਥ ਸਾਨੂੰ ਸਾਡੀ ਹੋਣੀ ਬੜੀ ਲਾਜ਼ਮੀ ਹੈ। ਤੇ ਉਹਦੇ ਵਿੱਚ ਕੀ ਹੈ ਕਿ ਅਸੀਂ ਜੋ ਕੁਛ ਵੀ ਕਮਾਉਂਦੇ ਆ, ਸਾਡੀ ਐਬਿਲਿਟੀ ਆਫ ਅਰਨਿੰਗ ਜਿਹੜੀ ਇਨਕਮ ਹੈ, ਉਹਨੂੰ ਅਸੀਂ ਕਿਸ ਤਰੀਕੇ ਨਾਲ ਉਹਦਾ ਬਜਟ ਬਣਾਉਂਦੇ ਆ, ਤੇ ਫਿਰ ਉਹਦੇ ਮੁਤਾਬਕ ਅਸੀਂ ਕਿਹੜੇ ਕਿਹੜੇ ਖਰਚੇ ਕਰਦੇ ਹਾਂ, ਉਹਦੇ ਚੋਂ ਕਿੰਨਾ ਕੁ ਪੈਸਾ ਅਸੀਂ ਆਪਦੇ ਲਈ ਕੱਢਦੇ ਹਾਂ, ਆਪਦੀ ਸੇਵਿੰਗ ਵਾਸਤੇ ਕੱਢਦੇ ਹਾਂ, ਜਿਹਦੇ ਵਿੱਚ ਕਿ ਸਾਡੀ ਡੇ ਟੂ ਡੇ ਲਿਵਿੰਗ, ਸਾਡੇ ਐਕਸਪੈਂਸਿਸ, ਫਿਰ ਸਾਡੀ ਰਿਟਾਇਰਮੈਂਟ ਆ ਜਾਂਦੀ ਆ, ਤੇ ਫਿਰ ਸਾਡੇ ਮਤਲਬ ਬੱਚਿਆਂ ਦਾ ਜੋ ਵੀ ਖਰਚਾ ਹੈਗਾ, ਉਹਨਾਂ ਦੀ ਐਜੂਕੇਸ਼ਨ ਦਾ, ਚਾਹੇ ਉਹ ਅੱਗੇ ਉਹਨਾਂ ਦੀ ਜਿਹੜਾ ਹੈਗਾ ਵਿਆਹ ਕਰਨੇ ਆ, ਅਸੀਂ ਹੋਰ ਸਾਰੀਆਂ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ, ਉਹਨਾਂ ਨੂੰ ਅਸੀਂ ਕਿਵੇਂ ਹੈਂਡਲ ਕਰਦੇ ਹਾਂ। ਤਾਂ ਉਹਦੇ ਲਈ ਸਾਡੀ ਜਿਹੜੀ ਹੈਗੀ ਆ ਫਾਈਨੈਂਸ਼ੀਅਲ ਹੈਲਥ ਬਹੁਤ ਜ਼ਰੂਰੀ ਹੈ ਜੀ। ਬਹੁਤ ਅੱਛੇ ਜੀ ਬਰਾੜ ਸਾਹਿਬ, ਮੈਂ ਸਮਝਦਾ ਕਿ ਤੁਸੀਂ ਨਾ ਸਿਰਫ ਇੱਕ ਜਣੇ ਦੀ ਫਾਈਨੈਂਸ਼ੀਅਲ ਹੈਲਥ ਦੀ ਗੱਲ ਕੀਤੀ ਹੈ, ਮੈਂ ਸਮਝਦਾ ਕਿ ਜਿਹੜੇ ਸਾਡੇ ਪਰਿਵਾਰਾਂ ਦੇ ਵਿੱਚ ਜਿਹੜੇ ਵੀ ਲੋਕ ਜਿਹੜੇ ਕਮਾਈ ਕਰਨ ਵਾਲੇ ਨੇ, ਜਿਹੜੇ ਜਿਹਨੂੰ ਆਪਾਂ ਕਹਿੰਦੇ ਕਮਾਊ ਪੁੱਤ ਨੇ, ਜਾਂ ਜਿਹੜੇ ਘਰਾਂ ਦੇ ਵਿੱਚ ਇਨਕਮ ਲੈ ਕੇ ਆਉਣ ਵਾਲੇ ਅਸੀਂ ਸਾਰੇ ਲੋਕ ਹਾਂ, ਸਾਡੀ ਸਾਰਿਆਂ ਦੀ ਸਿਹਤ ਦਾ, ਜਿਹੜੀ ਫਾਈਨੈਂਸ਼ੀਅਲ ਸਿਹਤ ਦਾ ਸਿੱਧਾ ਅਸਰ ਸਾਡੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਦੇ ਉੱਤੇ ਪੈਂਦਾ, ਉਹਨਾਂ ਦੀ ਪੜ੍ਹਾਈ ਦੇ ਉੱਤੇ ਪੈਂਦਾ। ਸੋ ਤੁਸੀਂ ਬੜੀ ਵਜ੍ਹਾ ਜਿਹੜੀ ਗੱਲ ਜਿਹੜੀ ਫਰਮਾਈ ਹੈ। ਬਰਾੜ ਸਾਹਿਬ, ਆਪਾਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਦੋਂ ਰਹਿੰਦੇ ਹਾਂ, ਮੈਂ ਰੀਅਲ ਸਟੇਟ ਬ੍ਰੋਕਰ ਦੇ ਤੌਰ ਦੇ ਉੱਤੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਿਹਾ, ਘਰ ਖਰੀਦਣ ਵੇਚਣ ਜਾਂ ਹੈ ਨਾ ਜੀ ਉਹਦੀਆਂ। ਔਰ ਪਿਛਲੇ ਕੁਝ ਸਮੇਂ ਤੋਂ ਤੁਸੀਂ ਫਾਈਨਾਂਸ ਦੇ ਖੇਤਰ ਦੇ ਵਿੱਚੋਂ, ਤੁਹਾਡੇ ਕੋਲੋਂ ਫਾਈਨੈਂਸ਼ੀਅਲ ਪ੍ਰੋਡਕਟਸ ਜਿਹੜੇ ਹਨ ਜੀ ਸਾਡੇ ਜਿਹੜੇ ਲੋਕ ਹਨ ਉਹ ਲੈਂਦੇ ਨੇ। ਪਿਛਲੇ ਕੁਝ ਸਮੇਂ ਤੋਂ ਨਾ ਜੀ ਘਰਾਂ ਦੀਆਂ ਜਿਹੜੀਆਂ ਕੀਮਤਾਂ ਹਨ, ਜਿਹੜੀਆਂ ਘਰਾਂ ਦਾ ਜਿਹੜਾ ਇਹ ਕਹਿ ਲਓ ਕਿ ਲੋਕਾਂ ਨੇ ਜਿਹੜੀਆਂ ਮੌਰਗੇਜਿਸ ਲਈਆਂ ਨੇ ਜਾਂ ਲੈ ਰਹੇ ਨੇ, ਉਹ ਇੱਕ ਬੜਾ ਵੱਡਾ ਫੈਕਟਰ ਹੈ ਸਾਡੀ ਅੱਜ ਦੀ ਇਸ ਸਥਿਤੀ ਦੇ ਵਿੱਚ, ਇਕੋਨਮੀ ਦੇ ਵਿੱਚ। ਸੋ ਇਹਨਾਂ ਨੂੰ ਆਪਾਂ ਸਿਕਿਉਰ ਕਰਨ ਦੀ ਗੱਲ ਕਰਦੇ ਹਾਂ, ਆਪਾਂ ਇੰਸ਼ੋਰੈਂਸ ਦੇ ਪ੍ਰੋਡਕਟਸ ਦੀ ਗੱਲ ਬਹੁਤ ਕਰਦੇ ਹਾਂ, ਬਹੁਤ ਵਾਰੀ ਕੀਤੀ ਹੈ ਪਿਛਲੇ ਸਮਿਆਂ ਦੇ ਦੌਰਾਨ। ਥੋੜ੍ਹਾ ਜਿਹਾ ਦੱਸੋ ਕਿ ਐਸੇ ਹਾਲਾਤਾਂ ਦੇ ਵਿੱਚ ਮੌਰਗੇਜ ਜਿਹੜੀ ਹੈ ਜੀ, ਮੌਰਗੇਜ ਇੱਕ ਵੱਡਾ ਅੱਜ ਦੇ ਦਿਨ ਇੱਕ ਬੜਾ ਵੱਡਾ ਡੈਟ ਦੇ ਤੌਰ ਦੇ ਉੱਤੇ ਜੇਕਰ ਉਹਨੂੰ ਆਪਾਂ ਲਈਏ, ਇਹਨੂੰ ਕਿਵੇਂ ਆਪਾਂ ਇਸ ਸੇਫਗਾਰਡ ਕਿਵੇਂ ਕੀਤਾ ਜਾਵੇ ਜੀ ਆਪਣੇ ਆਪ ਨੂੰ, ਇਹਦੇ ਬਾਰੇ ਥੋੜ੍ਹੀ ਚਾਨਣਾ ਪਾਓ ਜੀ। ਬਿਲਕੁਲ ਨਿਆਗਰਾ ਸਾਹਿਬ, ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ ਜੀ। ਜਿਹੜੀ ਅੱਜ ਅਸੀਂ ਜੇ $1 ਕਮਾਉਂਦੇ ਆ ਨਾ ਜੀ, ਤੇ ਅਸੀਂ ਤਕਰੀਬਨ $1.70 ਦੇ ਕਰੀਬ ਅਸੀਂ ਸਾਡੇ ਤੇ ਡੈਟ ਹੈ ਜੀ। ਉਹਦੇ ਵਿੱਚ ਦੋ ਚੀਜ਼ਾਂ ਦਾ ਡੈਟ ਹੁੰਦਾ ਜੀ। ਓਕੇ। ਸੋ ਬੇਸਿਕਲੀ ਅਸੀਂ ਡੈਟ ਚੱਕਿਆ, ਅਸੀਂ ਵਕੇਸ਼ਨ ਕਰ ਲਈ,
ਜਾਂ ਕੋਈ ਹੋਰ ਲਗਜ਼ਰੀ ਆਪਦਾ ਲਾਈਫ ਸਟਾਈਲ ਮੇਨਟੇਨ ਕਰਦੇ ਆ, ਉਹਨੂੰ ਆਪਾਂ ਇੱਕ ਤਰ੍ਹਾਂ ਦਾ ਬੈਡ ਡੈਟ ਕਹਿ ਸਕਦੇ ਹਾਂ। ਯੈਸ, ਇਟ ਇਜ਼ ਟੂ ਇੰਜੋਏ ਆਵਰ ਲਾਈਫ ਸਟਾਈਲ। ਉਹ ਵੀ ਇੱਕ ਸਾਡਾ ਬਹੁਤ ਜ਼ਰੂਰੀ ਅੰਗ ਹੈਗਾ, ਜਿਵੇਂ ਵਕੇਸ਼ਨ ਲੈਣੀ ਜਾਂ ਹੋਰ ਆ, ਪਰ ਉਹਨੂੰ ਆਪਾਂ ਇੱਕ ਗੁੱਡ ਡੈਟ ਨਹੀਂ ਕਹਿੰਦੇ। ਜਿਹੜਾ ਦੂਸਰੇ ਪਾਸੇ ਗੁੱਡ ਡੈਟ ਹੈਗਾ, ਉਹਨੂੰ ਜੋ ਵੀ ਤੁਸੀਂ ਡੈਟ ਲੈਂਦੇ ਹੋ, ਕਰਜ਼ਾ ਲੈਂਦੇ ਹੋ, ਕੋਈ ਇਨਕਮ ਕਮਾਉਣ ਵਾਸਤੇ ਲੈਂਦੇ ਹੋ, ਜਾਂ ਤੁਸੀਂ ਫਿਊਚਰ ਦੇ ਵਿੱਚ ਜੋ ਕੋਈ ਐਸੈਟ ਲੈਂਦੇ ਆ, ਉਹਨੂੰ ਆਪਾਂ ਸੋਚਦੇ ਹਾਂ ਵੀ ਫਿਊਚਰ ਦੇ ਵਿੱਚ ਉਹਦੀ ਜਿਹੜੀ ਵੈਲਿਊ ਵੱਧ ਜੂਗੀ ਤੇ ਸਾਨੂੰ ਜਿਹੜਾ ਹੈਗਾ ਸਾਡਾ ਅਸੀਂ ਫਾਈਨੈਂਸ਼ੀਅਲ ਭਵਿੱਖ ਸੇਫ ਕਰ ਸਕਦੇ ਹਾਂ ਜਾਂ ਆਪਣੇ ਬੱਚਿਆਂ ਦਾ ਸੇਫ ਕਰ ਸਕਦੇ ਹਾਂ। ਦੈਟ ਇਜ਼ ਕਾਲਡ ਅ ਗੁੱਡ ਡੈਟ। ਸੋ ਅੱਜ ਕੈਨੇਡੀਅਨਸ ਤੇ ਜਿਵੇਂ ਤੁਸੀਂ ਦੱਸਿਆ ਵੀ ਅੱਜ ਤਕਰੀਬਨ ਜਿਹੜਾ ਹੈਗਾ ਰੇਸ਼ੋ ਹੈਗਾ $1 ਦੇ $1.70 ਅਸੀਂ ਉਹ ਕਰਦੇ ਹਾਂ। ਸੋ ਸਾਡਾ ਜਿਹੜਾ ਡੈਟ ਹੈਗਾ ਉਹ ਕਾਫੀ ਵੱਧ ਚੁੱਕਿਆ। ਤੇ yes, it's a good thing, real estate is booming and everybody want to get into real estate, ਖਾਸ ਕਰਕੇ ਜਿਹੜੇ ਫਸਟ ਹੋਮ ਬਾਇਰਸ ਵੀ ਨੇ, ਉਹ ਹਰ ਕੋਈ ਬੰਦਾ ਕਹਿੰਦਾ ਸਾਡੇ ਛੱਤ ਦੇ ਸਾਡੇ ਸਿਰ ਦੇ ਉੱਪਰ ਸਾਡੀ ਆਪਣੀ ਛੱਤ ਹੋਵੇ, ਅਸੀਂ ਕਿੰਨੀ ਦੇਰ ਕਿਰਾਇਆ ਦੇਵਾਂਗੇ, ਸਾਡਾ ਐਸੈਟ ਬਣ ਰਿਹਾ ਉਹ। ਤਾਂ ਉਹਨੂੰ ਜਿਹੜਾ ਕੇਟਰ ਕਰਨ ਵਾਸਤੇ ਕਿ ਕੱਲ ਨੂੰ ਸਾਡੇ 'ਚ ਜੇ ਅਬਿਲਿਟੀ ਹੈ, ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਸਵੇਰੇ ਉੱਠਦੇ ਆ ਤੇ ਅਸੀਂ ਕੰਮਾਂ ਤੇ ਜਾਂਦੇ, ਤੇ ਇਹੀ ਸਾਡਾ ਸਭ ਤੋਂ ਵੱਡਾ ਅਸਲ ਜਿਹੜਾ ਹੈਗਾ ਐਸੈਟ ਆ ਜੀ। ਬਿਲਕੁਲ, ਇਹਦੇ ਬੇਸਿਸ ਤੇ ਅਸੀਂ ਕਮਾ ਸਕਦੇ ਹਾਂ ਜੀ, ਇਹਦੇ ਬੇਸਿਸ ਤੇ ਅਸੀਂ ਆਪਦਾ ਲਾਈਫ ਸਟਾਈਲ ਜਿਹੜਾ ਇੰਜੋਏ ਕਰ ਸਕਦੇ ਹਾਂ। ਸੋ ਜਿਹੜੀ ਐਬਿਲਿਟੀ ਆ, ਜੇ ਰੱਬ ਨਾ ਕਰੇ ਅਸੀਂ ਕਦੇ ਬਿਮਾਰ ਹੋ ਜਾਈਏ ਜਾਂ ਅਸੀਂ ਸਿੱਕ ਹੋ ਜਾਂਦੇ ਆ, ਗੋਡ ਫੋਰਬਿਡ, ਅਨਫੋਰਚੂਨੇਟਲੀ ਜਿਹੜੀ ਸਡਨਲੀ ਕੋਈ ਐਸੀ ਸਿਕਨੈਸ ਆ ਜਾਂਦੀ ਆ, ਤਾਂ ਫਿਰ ਜਿਹੜਾ ਡੈਟ ਆ ਸਾਡਾ, ਚਾਹੇ ਉਹ ਗੁੱਡ ਡੈਟ ਹੀ ਹੈਗਾ, ਤਾਂ ਸਾਡੀ ਹੀ ਜ਼ਿੰਮੇਵਾਰੀ ਬਣਦੀ ਆ ਕਿ ਉਹਨੂੰ ਅਸੀਂ ਪੇ ਅਪ ਕਰੀਏ ਜਾਂ ਉਹਨੂੰ ਅਸੀਂ ਕਿਸ ਤਰੀਕੇ ਨਾਲ ਮੈਨੇਜ ਕਰ ਸਕੀਏ ਜੀ। ਉਹਦੇ ਲਈ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਜੀ। ਉਹਦੇ ਵਿੱਚ ਇੰਸ਼ੋਰੈਂਸ ਆ ਜਾਂਦੀ ਹੈ ਜੀ। ਬੇਸਿਕਲੀ ਅਸੀਂ ਮੌਰਗੇਜ ਇੰਸ਼ੋਰੈਂਸ ਦੀ ਅੱਜ ਗੱਲ ਕਰ ਲੈਂਦੇ ਹਾਂ ਜੀ। ਬਿਲਕੁਲ, ਬਹੁਤ ਵਧੀਆ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਇਸ ਦੇ ਨਾਲ ਹੀ ਕਿ ਰਾਜਪਾਲ ਬਰਾੜ ਜੀ ਜਿਹੜੇ ਹਨ ਜੀ, ਇਹਨਾਂ ਦੀ ਕੰਪਨੀ ਦਾ ਨਾਮ ਰੈਂਕਸ ਫਾਈਨੈਂਸ਼ੀਅਲ ਸਰਵਿਸਿਜ਼ ਇੰਕ ਹੈ, ਔਰ ਤੁਸੀਂ ਇਹਨਾਂ ਦੇ ਨੰਬਰ ਇਹਨਾਂ ਦੇ ਨਾਂ ਦੇ ਹੇਠ ਬਿਲਕੁਲ ਪੜ੍ਹ ਪਾ ਰਹੇ ਹੋ ਔਰ ਦੇਖ ਪਾ ਰਹੇ ਹੋ। ਤੁਸੀਂ ਇਹਨਾਂ ਨੂੰ ਪ੍ਰੋਗਰਾਮ ਤੋਂ ਬਾਅਦ ਵੀ ਕਿਸੇ ਵਕਤ ਵੀ ਸੰਪਰਕ ਕਰ ਸਕਦੇ ਹੋ ਕੰਸਲਟੇਸ਼ਨ ਵਾਸਤੇ ਔਰ ਇਹਨਾਂ ਦੀਆਂ ਸਰਵਿਸਿਜ਼ ਲੈਣ ਵਾਸਤੇ। ਸੋ ਬਰਾੜ ਸਾਹਿਬ, ਤੁਸੀਂ ਬਿਲਕੁਲ ਗੱਲ ਜਿਹੜੀ ਬੜੀ ਵਧੀਆ ਦੱਸੀ ਹੈ ਕਿ ਸਾਡੇ ਉੱਤੇ ਹਰ ਇੱਕ ਦਾ ਸੁਪਨਾ ਹੈ ਘਰ ਲੈਣ ਦਾ ਜਾਂ ਪ੍ਰੋਪਰਟੀਜ਼ ਲੈਣ ਦਾ, ਔਰ ਗੁੱਡ ਡੈਟ ਔਰ ਬੈਡ ਡੈਟ ਦੀ ਤੁਸੀਂ ਜਾਣਕਾਰੀ ਵੀ ਦੇ ਦਿੱਤੀ। ਸਾਡੇ ਦਰਸ਼ਕਾਂ ਨੂੰ ਜ਼ਰੂਰ ਇਹ ਸਮਝ ਲੱਗ ਗਈ ਹੋਏਗੀ। ਮੌਰਗੇਜ ਇੰਸ਼ੋਰੈਂਸ ਦੀ ਤੁਸੀਂ ਗੱਲ ਕਰ ਰਹੇ ਹੋ ਜੀ। ਮੌਰਗੇਜ ਇੰਸ਼ੋਰੈਂਸ ਜਦੋਂ ਆਪਾਂ ਮੌਰਗੇਜ ਲੈਂਦੇ ਹਾਂ ਜਾਂ ਜਿਹਨੂੰ ਆਪਾਂ ਲੋਨ ਸਿੱਧੇ ਸ਼ਬਦਾਂ 'ਚ ਕਹਿੰਦੇ ਹਾਂ ਘਰ ਲੈਣ ਲਈ, ਇਹ ਮੌਰਗੇਜ ਇੰਸ਼ੋਰੈਂਸ ਪਹਿਲਾਂ ਤਾਂ ਦੱਸੋ ਹੁੰਦੀ ਕੀ ਹੈ, ਤੇ ਫਿਰ ਮੇਰਾ ਅਗਲਾ ਸਵਾਲ ਇਹ ਨਾਲ ਰਿਲੇਟਡ ਹੋਏਗਾ ਕਿ ਮੌਰਗੇਜ ਇੰਸ਼ੋਰੈਂਸ ਜਿਹੜੀ ਹੈ ਉਹ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਲੈਣਾ ਅਤੇ ਤੁਹਾਡੇ ਵਰਗੇ ਜਿਹੜੀ ਤੁਹਾਡੀ ਬ੍ਰੋਕਰੇਜ ਹੈ, ਤੁਸੀਂ ਬ੍ਰੋਕਰ ਹੋ, ਤੁਹਾਡੇ ਕੋਲੋਂ ਲੈਣ ਦੇ ਵਿੱਚ ਕੀ ਅੰਤਰ ਹੈ ਜੀ? ਜੀ ਬਿਲਕੁਲ ਨਾਗਰ ਸਾਹਿਬ, ਦੇਖੋ ਮੌਰਗੇਜ ਇੰਸ਼ੋਰੈਂਸ ਤੁਹਾਨੂੰ ਇਨ ਕੇਸ ਗੋਡ ਫੋਰਬਿਡ ਬੰਦਾ ਕੋਈ ਐਕਸਪਾਇਰ ਹੋ ਜਾਂਦਾ ਕਲਾਇੰਟ, ਤਾਂ ਬੇਸਿਕਲੀ ਤੁਹਾਡਾ ਜਿਹੜਾ ਡੈਟ ਹੈਗਾ ਮੌਰਗੇਜ ਦਾ ਉਹ ਪੇ ਅਪ ਹੋ ਜਾਂਦਾ ਜੀ, ਤਾਂ ਕਿ ਤੁਹਾਡੀ ਜਿਹੜੀ ਫੈਮਿਲੀ ਆ ਉਹ ਡੈਟ ਫ੍ਰੀ ਘਰ ਦੇ ਵਿੱਚ ਰਹਿ ਸਕੇ। ਉਹਦੇ ਨਾਲ ਹੋਰ ਹੈਗਾ ਵੀ ਜੇ ਤੁਸੀਂ ਸਿੱਕ ਹੋ ਜਾਂਦੇ ਆ ਤਾਂ ਉਹਦੇ ਜਿਹੜੀਆਂ ਕਿਸ਼ਤਾਂ ਤਾਂ ਉਹ ਬਕਾਇਦਾ ਚੱਲਦੀਆਂ ਰਹਿਣ, ਚਾਹੇ ਉਹ ਤੁਸੀਂ ਇੰਜਰ ਹੋ ਜਾਂਦੇ ਆ ਚਾਹੇ ਸਿੱਕ ਹੋ ਜਾਂਦੇ ਆ, ਤਾਂ ਬਕਾਇਦਾ ਤੁਹਾਡੀਆਂ ਜਿਹੜੀਆਂ ਕਿਸ਼ਤਾਂ ਹੈਗੀਆਂ, ਅਗਰ ਤੁਸੀਂ ਉਹਦੇ ਤੇ ਇੱਕ ਡਿਸੇਬਿਲਿਟੀ ਰਾਈਡਰ ਲਿਆ ਹੋਇਆ ਤਾਂ ਉਹ ਤੁਹਾਨੂੰ ਜਿਹੜਾ ਮੰਥ ਟੂ ਮੰਥ ਬੇਸਿਸ ਤੁਹਾਡੀਆਂ ਕਿਸ਼ਤਾਂ ਪੇ ਕਰਦੇ ਆ ਜੀ। ਉਹਦੇ ਨਾਲ ਤੁਸੀਂ ਇੱਕ ਹੋਰ ਜਿਹੜਾ ਹੈਗਾ ਬੈਨੀਫਿਟ ਲੈ ਸਕਦੇ ਵੀ ਜੇ ਕ੍ਰਿਟੀਕਲ ਇਲਨੈਸ ਅੱਜ ਕੱਲ੍ਹ ਜਿਵੇਂ ਖਾਸ ਕਰਕੇ ਮੇਜਰ ਸਿਕਨੈਸ ਜਿਵੇਂ ਲਾਈਫ ਥ੍ਰੈਟਨਿੰਗ ਸਿਕਨੈਸ ਆ ਜਾਂਦੀਆਂ, ਹਾਰਟ ਅਟੈਕ, ਕੈਂਸਰ, ਸਟ੍ਰੋਕ, ਬਾਈਪਾਸ ਸਰਜਰੀ ਵਗੈਰਾ, ਉਹਦੇ ਵਿੱਚ ਲਮਸਮ ਪੈਸਾ, ਜਿਵੇਂ ਲਾਈਫ ਇੰਸ਼ੋਰੈਂਸ ਦੇ ਵਿੱਚ ਜਿਹੜਾ ਡੈਥ ਤੋਂ ਬਾਅਦ ਹੁੰਦੇ ਲਮਸਮ ਪੈਸਾ ਆ ਜਾਂਦਾ, ਕ੍ਰਿਟੀਕਲ ਇਲਨੈਸ ਹੋਣ ਦੀ ਬਜਾਏ ਤੁਹਾਡੇ ਜਿਉਂਦੇ ਜੀ ਲਮਸਮ ਪੈਸਾ ਜਿਹੜਾ ਹੈਗਾ ਮਿਲ ਜਾਂਦਾ, ਉਹ ਕੰਪਨੀ ਪ੍ਰੋਵਾਈਡ ਕਰਦੀ ਆ, ਜਿਹਦੇ ਨਾਲ ਤੁਸੀਂ ਆਪਦਾ ਡੈਟ ਪੇ ਕਰਦੇ ਆ। ਹੁਣ ਇਹ ਤਾਂ ਸੀਗੀ ਤੁਹਾਡੀ ਪ੍ਰੋਟੈਕਸ਼ਨ ਮੌਰਗੇਜ ਦੇ ਵਿੱਚ ਕਿਵੇਂ ਲੈ ਸਕਦੇ ਜੀ। ਦੂਜਾ ਤੁਹਾਡਾ ਸਵਾਲ ਸੀ ਵੀ ਬੈਂਕ ਤੋਂ ਲਈ ਜਾਵੇ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ, ਜਾਂ ਇੱਕ ਮੇਰੇ ਵਰਗੇ ਬ੍ਰੋਕਰ ਤੋਂ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਤੋਂ ਲਿਆ ਜਾਵੇ। ਬਿਲਕੁਲ ਚੋਇਸ ਇਜ਼ ਯੂਅਰਸ, ਪਰ ਥੋੜੀਆਂ ਉਹਦੇ ਵਿੱਚ ਮੈਂ ਬੈਨੀਫਿਟਸ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਫਰਕ ਕੀ ਆ ਉਹ ਦੱਸਣਾ ਚਾਹੁੰਦਾ ਜੀ। ਬਿਲਕੁਲ ਕਿ ਹਾਂਜੀ ਬਿਲਕੁਲ, this is good thing, ਚਾਹੇ ਤੁਸੀਂ ਬੈਂਕ ਤੋਂ ਲਓ ਤੇ ਚਾਹੇ ਤੁਸੀਂ ਕਿਸੇ ਬ੍ਰੋਕਰ ਤੋਂ ਲੈ ਲਓ, ਤੇ ਐਟਲੀਸਟ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਕਿ ਆਪਦੇ ਆਪ ਦੀ ਤੁਸੀਂ ਪ੍ਰੋਟੈਕਸ਼ਨ ਕਰ ਰਹੇ ਹੋ।
ਠੀਕ ਹੈ ਜੀ। ਦੂਸਰੀ ਚੀਜ਼ ਹੈਗੀ ਵੀ ਕਿੱਥੋਂ ਤੁਸੀਂ ਬੈਟਰ ਕਰ ਸਕਦੇ ਆ, ਉਹਦੇ ਵਿੱਚ ਕੀ ਹੈ ਕਿ ਅਗਰ ਤੁਸੀਂ ਬੈਂਕ ਤੋਂ ਫੋਰ ਐਗਜ਼ਾਮਪਲ ਮੌਰਗੇਜ ਇੰਸ਼ੋਰੈਂਸ ਲੈਣੇ ਆ ਤਾਂ ਉਹ ਤਕਰੀਬਨ ਤੁਹਾਡਾ ਡੈਟ ਨੂੰ ਜਿਹੜਾ ਹੈਗਾ ਕਵਰ ਕਰਦੀ ਹੈ ਤੇ ਉਹਦੇ ਮੁਤਾਬਕ ਹੀ ਚੱਲਦੀ ਹੈ। ਸੋ ਬੇਸਿਕਲੀ ਜੇ ਅੱਜ ਤੁਹਾਡਾ ਡੈਟ 5 ਲੱਖ ਦਾ ਹੈਗਾ ਜੀ, ਤੁਸੀਂ 5 ਲੱਖ ਦੀ ਇੰਸ਼ੋਰੈਂਸ ਲੈ ਲਈ, ਤੋ ਯੂਰ ਡੈਟ ਇਜ਼ ਔਨ ਡਿਕਰੀਜ਼ਿੰਗ ਟਰਮ, ਕਿ ਤੁਸੀਂ ਜਿਵੇਂ ਜਿਵੇਂ ਉਹਦੀ ਕਿਸ਼ਤ ਪੇ ਕਰਦੇ ਜਾਓਗੇ ਉਵੇਂ ਉਵੇਂ ਤੁਹਾਡਾ ਜਿਹੜਾ ਡੈਟ ਹੈ ਉਹ ਘਟਦਾ ਜਾਏਗਾ। ਓਕੇ। ਪਰ ਤੁਸੀਂ ਜਿਹੜਾ ਉਹਦੀ ਕਾਸਟ ਹੈ ਉਹ 5 ਲੱਖ ਦੇ ਮੁਤਾਬਕ ਹੀ ਤੁਸੀਂ ਬੈਂਕ ਨੂੰ ਦੇਈ ਜਾਣੀ ਹੈ। ਠੀਕ ਹੈ। ਦੂਸਰੇ ਪਾਸੇ ਜੀ ਦੂਸਰੇ ਪਾਸੇ ਬ੍ਰੋਕਰ ਦੇ ਨਾਲ ਲਈ ਆ ਉਹ ਵੀ ਕਿਸ਼ਤ ਉਵੇਂ ਚੱਲ ਰਹੀ ਆ। ਪਰ ਗੋਡ ਫੋਰਬਿਡ ਜੇ ਕਿਸੇ ਨੂੰ 5-10 ਸਾਲ ਬਾਅਦ ਫਰਕ ਮੰਨ ਲਓ ਵੀ ਕੁਝ ਹੁੰਦਾ, ਡੈਥ ਹੁੰਦੀ ਆ ਫੈਮਿਲੀ ਦੇ ਵਿੱਚ, ਤਾਂ ਬੈਂਕ ਨੇ ਕੀ ਕਰਨਾ ਵੀ ਜਿਹੜਾ ਤੁਹਾਡਾ ਬੈਲੈਂਸ ਰਹਿ ਗਿਆ ਉਹ ਹੀ ਪੇ ਕਰਨਾ। ਯੈਸ ਤੁਹਾਡੀ ਮੌਰਗੇਜ ਤਾਂ ਪੇ ਹੋ ਗਈ, ਪਰ ਤੁਸੀਂ ਉਹਦੀ ਜਿਹੜੀ ਕਿਸ਼ਤ ਆ ਉਹ ਜਿਹੜਾ ਇਨੀਸ਼ੀਅਲ ਅਮਾਉਂਟ ਆ ਓਰੀਜਨਲ ਅਮਾਉਂਟ ਤੇ ਦੇ ਰਹੇ ਸੀ, ਪਰ ਤੁਹਾਡਾ ਜਿਹੜਾ ਬੈਨੀਫਿਟ ਹੈਗਾ ਉਹ ਜੋ ਵੀ ਬੈਨੀਫਿਟ ਤੁਹਾਡਾ ਬੈਲੈਂਸ ਰਹਿ ਗਿਆ ਉਹੀ ਪੇ ਹੋਣਾ। ਜਦੋਂ ਕਿ ਦੂਸਰੇ ਪਾਸੇ ਦੂਸਰੇ ਪਾਸੇ ਜੇ ਸਾਡੇ ਤੋਂ ਪਾਲਿਸੀ ਤੁਸੀਂ ਲੈਣੇ ਆ ਇੰਸ਼ੋਰੈਂਸ ਕੰਪਨੀ ਤੋਂ, ਉਹਦੇ ਵਿੱਚ ਤੁਹਾਡਾ ਜਿਹੜੀ ਇੰਸ਼ੋਰੈਂਸ ਆ ਉਹ ਬਿਲਕੁਲ ਘਟੇਗੀ ਨਹੀਂ। ਉਹ ਜੇ 5 ਦਾ 5 ਲੱਖ ਆ, ਜੇ ਮੰਨ ਲਓ ਵੀ ਐਟ ਦਾ ਟਾਈਮ ਆਫ ਡੈਥ ਜੇ ਡੈਟ ਸਿਰਫ 3 ਲੱਖ ਦਾ ਸੀਗਾ ਤਾਂ ਤੁਹਾਡੇ ਕੋਲੇ $2 ਲੱਖ ਜਿਹੜਾ ਹੈਗਾ ਉਹ ਕੈਸ਼ ਫਲੋ ਆ ਗਿਆ, ਉਹਦੇ ਨਾਲ ਤੁਸੀਂ ਉਹ ਡੈਟ ਵੀ ਪੇ ਕਰ ਸਕਦੇ ਆ। ਬਹੁਤ ਅੱਛੇ। ਸੋ ਮੈਂ ਸਮਝਦਾ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਜਿਹੜੀ ਮੌਰਗੇਜ ਇੰਸ਼ੋਰੈਂਸ ਦੇ ਬੈਨੀਫਿਟਸ ਜਿਹੜੇ ਨੇ ਜੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਔਰ ਤੁਹਾਡੇ ਕੋਲੋਂ ਕਸਟਮ ਮੇਡ ਸੋਲੂਸ਼ਨ ਜਿਹੜਾ ਉਹ ਲੈਣ ਦੇ ਬੈਨੀਫਿਟਸ ਦੱਸੇ ਨੇ। ਸੋ ਬਰਾੜ ਸਾਹਿਬ ਜਿਹੜਾ ਸਾਡਾ ਇਹ ਸੈਗਮੈਂਟ ਹੈ ਜੀ ਇਹਦਾ ਪਤਾ ਵੀ ਨਹੀਂ ਲੱਗਦਾ ਕਦੋਂ ਇਹ ਸਮਾਪਤ ਹੋ ਜਾਂਦਾ ਹੈ। ਸੋ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਕਿ ਵਧੇਰੇ ਜਿਹੜੀ 1-to-1 ਫੇਸ ਟੂ ਫੇਸ ਕੰਸਲਟੈਂਸੀ ਅੱਜ ਕੱਲ੍ਹ ਔਨਲਾਈਨ ਜਿਹੜਾ ਉਹ ਵਰਚੁਅਲੀ ਵੀ ਕੰਸਲਟੈਂਸੀ ਬਰਾੜ ਸਾਹਿਬ ਦਿੰਦੇ ਨੇ। ਇਹਨਾਂ ਕੋਲ ਬਕਾਇਦਾ ਜਿਹੜਾ ਆਫਿਸ ਜਿਹੜਾ ਇਹਨਾਂ ਦਾ ਫੁੱਲੀ ਜਿਹੜਾ ਕੋਵਿਡ ਦੇ ਪ੍ਰੋਟੋਕੋਲ ਨੂੰ ਮੱਦੇਨਜ਼ਰ ਰੱਖਦੇ ਇਹਨਾਂ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ। ਸੋ ਤੁਸੀਂ ਇਹਨਾਂ ਨੂੰ ਮਿਲ ਵੀ ਸਕਦੇ ਹੋ ਅਪਾਇੰਟਮੈਂਟ ਲੈ ਕੇ, ਔਰ ਤੁਹਾਡੇ ਨਾਲ ਇਹ ਤੁਹਾਨੂੰ ਪੂਰੀ ਜਾਣਕਾਰੀ ਵੀ ਦੇ ਸਕਦੇ ਨੇ। ਫ਼ੋਨ ਨੰਬਰ ਇਹਨਾਂ ਦੇ ਸਕਰੀਨ ਦੇ ਉੱਤੇ ਹਨ, ਤੁਸੀਂ ਯਾਦ ਰੱਖੋ। ਰਾਜਪਾਲ ਬਰਾੜ, ਰੈਂਕਸ ਫਾਈਨੈਂਸ਼ੀਅਲ ਸਰਵਿਸਿਜ਼ ਇੰਕ। ਸੋ ਬਰਾੜ ਸਾਹਿਬ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਪ੍ਰੋਪਰਟੀ ਜ਼ੋਨ ਦੇ ਵਿੱਚ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਾਣਕਾਰੀ ਇਸੇ ਤਰ੍ਹਾਂ ਲੈ ਕੇ ਫਿਰ ਕਿਸ ਦਿਨ ਹਾਜ਼ਰ ਹੋਵਾਂਗੇ। ਸ਼ੁਕਰੀਆ, ਥੈਂਕ ਯੂ ਵੈਰੀ ਮਚ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ।